करते हैं चैप्टर सर्कल। ਇਹਦੀ ਬੇਸਿਕ ਰਿਜ਼ਲਟਸ ਜੋ ਨੇ ਉਹ ਅਸੀਂ ਡਿਸਕਸ ਕਰਾਂਗੇ ਇਸ ਵੀਡੀਓ ਦੇ ਅੰਡਰ। ਸੋ ਸਭ ਤੋਂ ਪਹਿਲਾਂ ਸਟਾਰਟ ਕਰਦੇ ਹਾਂ ਡੈਫੀਨੇਸ਼ਨ ਆਫ ਸਰਕਲ ਤੋਂ। ਨੋ ਦੈਟ ਸਰਕਲ ਕੀ ਹੈ, ਇੱਕ ਕਲੋਜ਼ਡ ਫਿਗਰ ਹੁੰਦੀ ਹੈ ਜਿਹਦਾ ਕੋਈ ਨਾ ਕੋਈ ਸੈਂਟਰਲ ਪੁਆਇੰਟ ਹੁੰਦਾ ਹੈ। ਦੈਟ ਮੀਨਸ ਅਸੀਂ ਸਰਕਲ ਜਿਹੜਾ ਆ ਉਹ ਕੰਪਾਸ ਦੀ ਹੈਲਪ ਦੇ ਨਾਲ ਬਣਾਉਂਦੇ ਹਾਂ। ਕੰਪਾਸ ਦੇ ਸੈਂਟਰਲ ਪੁਆਇੰਟ ਤੋਂ ਲੈ ਕੇ ਕੋਈ ਪਰਟੀਕੂਲਰ ਮੈਜਰਮੈਂਟ ਨਾਲ ਰੇਡੀਅਸ ਲੈ ਕੇ ਆਪਾਂ ਇੱਕ ਸਰਕਲ ਨੂੰ ਡਰਾ ਕਰ ਦਿੰਦੇ ਹਾਂ। ਉਸ ਸਰਕਲ ਤੋਂ ਲੈ ਕੇ ਜੋ ਵੀ ਉਹਦੇ ਸਰਕਮਫਰੈਂਸ ਤੱਕ ਦਾ ਡਿਫਰੈਂਸ ਹੁੰਦਾ ਹੈ ਅਸੀਂ ਉਹਨੂੰ ਬੋਲਦੇ ਹਾਂ ਰੇਡੀਅਸ। ਆਹ ਸਾਰਾ ਜੋ ਵੀ ਚੱਲ ਰਿਹਾ ਹੈ ਇਹ ਸਾਡੇ ਸਰਕਲ ਦਾ ਸਰਕਮਫਰੈਂਸ ਹੁੰਦਾ ਹੈ। ਤੋਂ ਜੋ ਵੀ ਸਾਡੀ ਡਿਸਟੈਂਸ ਹੁੰਦਾ ਹੈ ਸਾਡੀ ਸਰਕਮਫਰੈਂਸ ਤੋਂ ਅਸੀਂ ਉਹ ਬੋਲਦੇ ਹਾਂ ਰੇਡੀਅਸ। ਐਂਡ ਸੈਂਟਰਲ ਪੁਆਇੰਟ ਤੋਂ ਇੱਕ ਪੁਆਇੰਟ ਤੋਂ ਲੈ ਕੇ ਦੂਸਰੇ ਪੁਆਇੰਟ ਤੱਕ ਦਾ ਜਿੰਨਾ ਵੀ ਡਿਸਟੈਂਸ ਹੁੰਦਾ ਹੈ ਉਹ ਪੂਰੇ ਨੂੰ ਅਸੀਂ ਬੋਲਦੇ ਹਾਂ ਡਾਇਆਮੀਟਰ। ਸਰਕਲ ਦੇ ਅੰਦਰ ਕੌਰਡਸ ਚੱਲਦੀਆਂ ਨੇ ਜੋ ਸਾਡੇ ਸਰਕਲ ਨੂੰ 2 ਪਾਰਟਸ ਦੇ ਵਿੱਚ ਡਿਵਾਈਡ ਕਰਦੀਆਂ ਨੇ। ਫੋਰ ਐਗਜ਼ਾਮਪਲ ਮੈਂ ਇੱਕ ਇੱਥੇ ਕੌਰਡ ਲੈ ਲਈ A ਐਂਡ B। ਇਹ ਸਾਡੇ ਸਰਕਲ ਨੂੰ 2 ਪਾਰਟਸ ਦੇ ਵਿੱਚ ਡਿਵਾਈਡ ਕਰਨ ਦੀ ਹੈ। ਜਿਹੜੇ ਪਾਰਟ ਘੱਟ ਕਵਰ ਹੋ ਰਿਹਾ ਹੈ ਉਹਨੂੰ ਆਪਾਂ ਬੋਲਦੇ ਹਾਂ ਮਾਈਨਰ ਆਰਕ। ਸਰਕਲ ਨੂੰ 2 ਪਾਰਟਸ 'ਚ ਡਿਵਾਈਡ ਕਰ ਰਹੀ ਹੈ, ਸੋ ਆਹ ਵਾਲੀ ਆਰਕ ਕਿਹੜੀ ਹੋ ਜਾਏਗੀ, ਮਾਈਨਰ ਆਰਕ। ਐਂਡ ਬਾਕੀ ਵਾਲੀ ਜਿੰਨੀ ਵੀ ਸਾਰੀ ਰਹਿ ਗਈ ਉਹ ਕੀ ਹੋ ਜਾਏਗੀ, ਮੇਜਰ ਆਰਕ। ਕੌਨਸੈਪਟਸ ਨੇ ਸਰਕਲ ਦੇ। ਹੁਣ ਅੱਗੇ ਅਸੀਂ ਡਿਸਕਸ ਕਰਦੇ ਹਾਂ ਜਿਹੜੀ ਰਿਜ਼ਲਟਸ ਦੀ ਹੈਲਪ ਦੇ ਨਾਲ ਆਪਾਂ ਸਰਕਲ ਚੈਪਟਰਸ ਦੇ ਜਿਹੜੇ ਸਮਝ ਨੇ ਉਹਨਾਂ ਨੂੰ ਸੋਲਵ ਕਰਨਾ। ਸਭ ਤੋਂ ਪਹਿਲਾ ਜੋ ਮੋਸਟ ਇੰਪੋਰਟੈਂਟ ਰਿਜ਼ਲਟ ਆਉਂਦਾ ਹੈ ਉਹ ਰਿਜ਼ਲਟ ਕੀ ਹੈ, at center is twice remaining circumference। ਪੇਪਰ ਵਿੱਚ ਇਹਨਾਂ ਚੈਪਟਰਸ ਜੋਮੈਟਰੀ ਦੇ ਨੰਬਰ ਉਦੋਂ ਹੀ ਮਿਲਦੇ ਆ ਅਗਰ ਆਪਾਂ ਪੂਰੇ ਆਪਣੇ ਰਿਜ਼ਲਟਸ ਨੂੰ ਐਲੈਬੋਰੇਟ ਕਰੀਏ। ਸੋ ਫਰਸਟ ਰਿਜ਼ਲਟ ਕੀ ਹੈ, ਐਂਗਲ ਐਟ ਸੈਂਟਰ ਇਜ਼ ਟਵਾਈਸ ਦਾ ਐਂਗਲ ਐਟ ਦਾ ਰਿਮੇਨਿੰਗ ਸਰਕਮਫਰੈਂਸ। ਦੈਟ ਮੀਨਸ ਇੱਕ ਸਰਕਲ ਹੋਏਗਾ ਸਾਡੇ ਕੋਲ ਤੇ ਓਬਵੀਅਸਲੀ ਅਗਰ ਸਰਕਲ ਹੈ ਤੇ ਉਹਦਾ ਕੋਈ ਨਾ ਕੋਈ ਸੈਂਟਰਲ ਪੁਆਇੰਟ ਵੀ ਜ਼ਰੂਰ ਹੋਏਗਾ। ਸੋ ਇੱਕ ਆਰਕ ਜੋ ਇੱਕ ਸੈਂਟਰਲ ਐਂਗਲ ਬਣਾ ਰਹੀ ਹੈ ਐਂਡ ਉਹੀ ਆਰਕ ਜੋ ਇੱਕ ਹੋਰ ਐਂਗਲ ਬਣਾ ਰਹੀ ਹੈ ਸਾਡੇ ਸਰਕਮਫਰੈਂਸ ਦੇ ਉੱਪਰ, ਉਦੋਂ ਸਾਡਾ ਰਿਜ਼ਲਟ ਲੱਗਦਾ ਹੈ ਐਂਗਲ ਐਟ ਸੈਂਟਰ ਵਾਲਾ। ਹੁਣ ਆਹ ਸਾਡੀ ਆਰਕ ਹੈ, ਇਹਨੂੰ E ਪੁਆਇੰਟ ਮੰਨ ਲਈਏ ਐਂਡ ਇਹਨੂੰ B ਪੁਆਇੰਟ ਮੰਨ ਲਈਏ। ਇਹੀ 2 ਪੁਆਇੰਟਸ ਨੇ ਜਿਨ੍ਹਾਂ ਤੋਂ ਸਾਡਾ ਸੈਂਟਰਲ ਐਂਗਲ ਬਣ ਰਿਹਾ ਹੈ ਐਂਡ ਇਹੀ 2 ਪੁਆਇੰਟਸ ਨੇ ਜਿਨ੍ਹਾਂ ਤੋਂ ਸਾਡਾ ਇੱਕ ਹੋਰ ਐਂਗਲ ਬਣ ਰਿਹਾ ਜਿਹੜਾ ਸਰਕਮਫਰੈਂਸ 'ਤੇ ਆ ਰਿਹਾ। ਲੈਟ ਅਸ ਕੰਸੀਡਰ ਇਟ ਐਜ਼ C। ਸੋ ਥਿਓਰਮ ਰਿਜ਼ਲਟ ਦੇ ਅਕੋਰਡਿੰਗ ਸਾਡਾ ਕੀ ਫਾਰਮੂਲਾ ਬਣੇਗਾ, ਐਂਗਲ ਐਟ ਸੈਂਟਰ, ਸੈਂਟਰਲ ਐਂਗਲ ਕਿਹੜਾ ਹੈ ਉਹ ਅਸੀਂ ਇਹਨੂੰ ਲਿਖਾਂਗੇ ਐਂਗਲ AOB। ਮੇਕ ਸ਼ੋਰ ਕਿ ਜਿਹੜਾ ਵੀ ਐਂਗਲ ਅਸੀਂ ਲੈ ਰਹੇ ਹਾਂ ਉਹ ਸੈਂਟਰ ਵਿੱਚ ਆਉਣਾ ਚਾਹੀਦਾ। ਸੈਂਟਰਲ ਐਂਗਲ ਉਹ ਹੈ, ਸੋ ਆਪਾਂ ਉਹਨੂੰ ਸੈਂਟਰ 'ਚ ਲਿਖਾਂਗੇ ਐਂਗਲ AOB ਇਜ਼ ਮੀਨਸ ਇਕੁਅਲਸ ਟੂ ਟਵਾਈਸ ਦਾ ਮਤਲਬ ਕੀ ਹੋ ਗਿਆ 2 the angle at the remaining circumference and remaining circumference ਤੇ ਕਿਹੜਾ ਐਂਗਲ ਚੱਲਣ ਡਿਆ C। ਸੋ ਆਪਾਂ ਨੂੰ ਕਿਵੇਂ ਲਿਖਾਂਗੇ ACB। C ਐਂਗਲ ਦੀ ਗੱਲ ਚੱਲ ਰਹੀ ਸੀ, ਸੋ C ਐਂਗਲ ਨੂੰ ਸੈਂਟਰ 'ਚ ਲਿਖਣਾ। ਸੋ ਇਹ ਸਭ ਤੋਂ ਫਸਟ ਰਿਜ਼ਲਟ ਆ ਸਰਕਲ ਦਾ ਜਿਹਨੂੰ ਅਸੀਂ ਯੂਜ਼ ਕਰਦੇ ਹਾਂ ਕਦੋਂ, ਜਦੋਂ ਵੀ ਸਾਡੇ ਕੋਲ ਸੈਂਟਰਲ ਐਂਗਲ ਦੀ ਗੱਲ ਹੋਵੇ। ਚਾਹੇ ਸਾਨੂੰ ਸੈਂਟਰਲ ਐਂਗਲ ਦਿੱਤਾ ਹੈ, ਚਾਹੇ ਅਸੀਂ ਸੈਂਟਰਲ ਐਂਗਲ ਫਾਈਂਡ ਕਰਨਾ ਹੈ, ਜਾਂ ਜਦੋਂ ਵੀ ਸਾਨੂੰ ਐਵੇਂ ਦੀ ਡਾਇਗਰਾਮ ਮਿਲਦੀ ਹੈ ਉਦੋਂ ਹੀ ਇਹ ਵਾਲਾ ਫਾਰਮੂਲਾ ਹਮੇਸ਼ਾ ਯੂਜ਼ ਕਰਦੇ ਹਾਂ। सेकेंड फार्मूला है एंगल एट सैमी सर्कल हुण सानू पता है राइट एंगल दैट मीनस 90 डिग्री। ये की कहता है कि जिहड़ा सैमी सर्कल ते एंगल बनता है वो की हुंदा है 90 डिग्री का। हुण सैमी सर्कल ते किवें बनेगा, सर्कल है तो उहदा सेंटर पॉइंट होएगा ही होएगा। आ रेडियस हो गया तो आ डायमीटर हो गया। ਹੁਣ ਡਾਇਆਮੀਟਰ ਜਿਹੜਾ ਹੈ ਉਹ ਸਾਡੇ ਸਰਕਲ ਨੂੰ 2 ਇਕੁਅਲ ਪਾਰਟਸ ਦੇ ਵਿੱਚ ਡਿਵਾਈਡ ਕਰਦਾ ਹੈ। ਸੋ ਉਹਦੇ ਅਕੋਰਡਿੰਗ ਜਿਹੜਾ ਵੀ ਐਂਗਲ
ਸਰਕਮਫਰੈਂਸ ਤੇ ਬਣੇਗਾ, ਸੈਮੀ ਸਰਕਲ ਤੇ ਬਣੇਗਾ, ਉਹ ਕਿੰਨੇ ਦਾ ਹੋਏਗਾ 90 ਡਿਗਰੀ ਦਾ। ਸੋ ਓਬਵੀਅਸਲੀ ਜਿਵੇਂ ਦੀ ਡਾਇਗਰਾਮ ਤੋਂ ਕਲੀਅਰ ਹੋ ਰਿਹਾ ਹੈ ਕਿ ਇਹ ਫਾਰਮੂਲਾ ਕਦੋਂ ਲੱਗਣਾ ਹੈ, ਜਦੋਂ ਸਾਨੂੰ ਡਾਇਆਮੀਟਰ ਗਿਵਨ ਦਿੱਤਾ ਹੈ ਸਾਡੇ ਕੋਲ, ਦੈਟ ਮੀਨਸ ਡਾਇਆਮੀਟਰ ਇੱਕ ਆ ਸਾਰਾ ਡਾਇਆਮੀਟਰ ਹੈ। ਡਾਇਆਮੀਟਰ ਜਿਹੜਾ ਵੀ ਐਂਗਲ ਬਣਾਉਣ ਡਿਆ ਹੈ ਸਾਡੇ ਸਰਕਮਫਰੈਂਸ ਦੇ ਉੱਪਰ, ਉਹ ਐਂਗਲ ਹਮੇਸ਼ਾ ਕਿੰਨੇ ਦਾ ਮਿਲੇਗਾ 90 ਡਿਗਰੀ ਦਾ। ਇਸ ਤੋਂ ਬਾਅਦ ਥਰਡ ਰਿਜ਼ਲਟ ਆਏਗਾ that radii of same circle are equal। ਕਨਸੈਪਟ ਹੈ ਜਿਹੜਾ ਅਸੀਂ ਪਹਿਲਾਂ ਵੀ ਪੜ੍ਹਦੇ ਹਾਂ। ਵੀ all know that ਸਰਕਲ ਆ ਅਤੇ ਉਹਦਾ ਰੇਡੀਅਸ ਹੋਏਗਾ। ਹੁਣ ਰੇਡੀਅਸ ਦੀ ਡੈਫੀਨੇਸ਼ਨ ਕੀ ਆ ਕਿ ਸੈਂਟਰਲ ਪੁਆਇੰਟ ਤੋਂ ਸਰਕਮਫਰੈਂਸ 'ਤੇ ਜਿੰਨੀ ਵੀ ਲੈਂਥ ਹੁੰਦੀ ਹੈ ਉਹ ਸਾਰਾ ਰੇਡੀਅਸ ਹੁੰਦਾ ਹੈ। ਅਗਰ ਇਹ 5 ਸੈਂਟੀਮੀਟਰ ਆ ਅਤੇ ਮੈਂ ਇੱਥੋਂ ਵੀ ਰੇਡੀਅਸ ਬਣਾ ਸਕਦੀ ਹਾਂ, ਕਿਉਂਕਿ ਇਹ ਵੀ ਸੈਂਟਰਲ ਪੁਆਇੰਟ ਤੋਂ ਸਰਕਮਫਰੈਂਸ 'ਤੇ ਜਾ ਰਿਹਾ ਹੈ ਅਤੇ ਇਹਦੀ ਵੀ ਲੈਂਥ ਕਿੰਨੀ ਹੋਏਗੀ 5 ਸੈਂਟੀਮੀਟਰ। ਸਿਮਿਲਰਲੀ ਅਗਰ ਮੈਂ ਇੱਧਰ ਬਣਾ ਰਹੀ ਹਾਂ, ਇਹ ਰੇਡੀਅਸ ਹੈ ਅਤੇ ਇਹ ਵੀ ਕਿੰਨੇ ਦਾ ਹੋਏਗਾ 5 ਸੈਂਟੀਮੀਟਰ ਦਾ। ਸੋ ਇੱਥੋਂ ਕੀ ਡੈਫੀਨੇਸ਼ਨ ਲੱਗਦੀ ਹੈ ਦੈਟ ਰੇਡੀਆਈ ਆਫ ਸੇਮ ਸਰਕਲਸ ਆਰ ਇਕੁਅਲ। ਫੋਰ ਐਗਜ਼ਾਮਪਲ ਅਗਰ ਇਹ ਓ ਏ ਆ ਓ ਬੀ ਆ ਐਂਡ ਓ ਸੀ ਆ, ਅਤੇ ਇਹ ਤਿੰਨੇ ਆਪਸ ਵਿੱਚ ਕੀ ਹੋਣਗੇ ਇਕੁਅਲ। ਇਹਨੇ ਰੇਡੀਅਸ, ਔਰ ਅਗਰ ਰੇਡੀਅਸ ਇਕੁਅਲ ਆ ਤਾਂ ਜਿਹੜਾ ਐਂਗਲ ਬਣਨ ਡਿਆ ਹੁੰਦਾ ਲਾਈਕ ਏ ਬੀ ਸੀ, ਤੇ ਜੋ ਐਂਗਲ ਬਣੇਗਾ ਉਹ ਵੀ ਫਿਰ ਕੀ ਹੋਏਗਾ ਇਕੁਅਲ। ਫੋਰਥ ਜੋ ਹੈ ਇਹਦੀ ਨੈਕਸਟ ਡੈਫੀਨੇਸ਼ਨ ਉਹ ਕੀ ਕਹਿੰਦੀ ਹੈ of same segment are equal। ਇਹ ਇੱਕ ਸਰਕਲ ਆ, ਇੱਕ ਸਾਡੇ ਕੋਲ ਕੌਰਡ ਹੈ ਜਿਹੜੀ ਮਾਈਨਰ ਆਰਕ ਅਤੇ ਮੇਜਰ ਆਰਕ ਦੇ ਵਿੱਚ ਸਾਡੇ ਸਰਕਲ ਨੂੰ ਡਿਵਾਈਡ ਕਰ ਰਹੀ ਹੈ। ਇਹੀ ਜਿਹੜੀ ਕੌਰਡ ਹੈ ਜਾਂ ਇਹੀ ਜਿਹੜੀ ਆਰਕ ਕਹਿ ਲਓ, ਇੱਕ ਆਰਕ ਹੈ, ਇਹ ਇੱਕ ਐਂਗਲ ਬਣਾ ਰਹੀ ਹੈ ਸੀ ਸਾਡੇ ਸਰਕਮਫਰੈਂਸ 'ਤੇ, ਅਤੇ ਇਹੀ ਦੋਨੋਂ ਪੁਆਇੰਟਸ ਮਿਲ ਕੇ ਇੱਕ ਹੋਰ ਐਂਗਲ ਬਣਾ ਰਹੇ ਆ ਡੀ। ਸੋ ਇੱਥੇ ਫਾਰਮੂਲਾ ਅਪਲਾਈ ਹੋਏਗਾ ਸੇਮ ਸੈਗਮੈਂਟ ਦਾ, ਬਿਕੋਜ਼ ਏ ਬੀ ਨੇ ਸੀ ਨੂੰ ਬਣਾਇਆ ਹੈ, ਏ ਬੀ ਨੇ ਡੀ ਨੂੰ ਬਣਾਇਆ ਹੈ। ਦੈਟ ਮੀਨਸ ਐਂਗਲ ਡੀ ਐਂਡ ਐਂਗਲ ਸੀ ਆਪਸ ਵਿੱਚ ਕੀ ਹੋਣਗੇ ਇਕੁਅਲ। ਸੋ ਇਹਨੂੰ ਕਿਵੇਂ ਲਿਖਾਂਗੇ, ਐਂਗਲ ਏ ਡੀ ਬੀ ਇਜ਼ ਇਕੁਅਲਸ ਟੂ ਐਂਗਲ ਏ ਸੀ ਬੀ। ਹੁਣ ਦੇਖੋ ਅਸੀਂ ਡੀ ਅਤੇ ਸੀ ਨੂੰ ਇਕੁਅਲ ਲਿਖਣਾ ਸੀ, ਸੋ ਇੱਧਰੋਂ ਡੀ ਨੂੰ ਸੈਂਟਰ 'ਚ ਰੱਖਿਆ, ਇੱਧਰੋਂ ਸੀ ਨੂੰ ਸੈਂਟਰ 'ਚ ਰੱਖਿਆ। ਇਹਦਾ ਮਤਲਬ ਕੀ ਹੈ ਡੀ ਅਤੇ ਸੀ ਦੋਨੋਂ ਐਂਗਲ ਆਪਸ ਵਿੱਚ ਕੀ ਨੇ ਇਕੁਅਲ। ਸੋ ਸੇਮ ਸੈਗਮੈਂਟ ਦਾ ਰਿਜ਼ਲਟ ਕਦੋਂ ਲੱਗਣਾ ਹੈ, ਜਦੋਂ ਇੱਕ ਆਰਕ ਜਾਂ ਫਿਰ ਇੱਕ ਕੌਰਡ ਦੋ ਐਂਗਲਸ ਆਪਣੇ ਸਰਕਮਫਰੈਂਸ 'ਤੇ ਬਣਾ ਰਹੀ ਹੋਵੇ, ਸੇਮ ਐਂਡ ਪੁਆਇੰਟਸ ਹੋਣ ਉਹਦੇ, ਲਾਈਕ ਏ ਬੀ ਨੇ ਡੀ ਨੂੰ ਬਣਾਇਆ ਹੈ, ਏ ਬੀ ਨੇ ਸੀ ਨੂੰ ਬਣਾਇਆ ਹੈ। ਸੋ ਇਹ ਦੋਨੋਂ ਜਿਹੜੇ ਪ੍ਰੋਡਿਊਸਡ ਹੋ ਰਹੇ ਆ ਐਂਗਲ, ਉਹ ਦੋਨੋਂ ਆਪਸ ਵਿੱਚ ਕੀ ਹੋਣਗੇ ਇਕੁਅਲ। ਉਸ ਤੋਂ ਬਾਅਦ ਨੈਕਸਟ ਸਟਾਰਟ ਕਰਦੇ ਹਾਂ ਇੱਕ ਮੋਸਟ ਇੰਪੋਰਟੈਂਟ ਟੋਪਿਕ ਤੋਂ, ਜਿਹਦਾ ਨਾਮ ਹੈ ਸਾਈਕਲਿਕ ਕੁਆਡਰੀਲੇਟਰਲ। ਕੁਆਡਰੀਲੇਟਰਲ ਦੀ ਡੈਫੀਨੇਸ਼ਨ ਕੀ ਹੁੰਦੀ ਹੈ ਦੈਟ ਕੋਈ ਵੀ ਫਿਗਰ, ਓਬਵੀਅਸਲੀ ਸਾਨੂੰ ਪਤਾ ਹੈ ਕੁਆਡਸ ਦਾ ਮਤਲਬ ਹੀ ਕੀ ਆ, ਕੁਆਡਰੀਲੇਟਰਲ ਦਾ ਕੋਈ ਵੀ ਫਿਗਰ ਜਿਹੜੀ 4 ਸਾਈਡਡ ਦੀ ਹੋਏਗੀ। ਸਾਈਕਲਿਕ ਦਾ ਮਤਲਬ ਕੀ ਆ ਕਿ ਸਾਡੇ ਸਰਕਲ ਦੇ ਅੰਦਰ ਕੋਈ ਵੀ 4 ਸਾਈਡਡ ਫਿਗਰ ਜਿਹਦੀਆਂ 4 ਸਾਈਡਸ ਇਹਦੇ ਸਰਕਮਫਰੈਂਸ ਦੇ ਨਾਲ ਟੱਚ ਹੋ ਰਹੀਆਂ ਹੈ, ਉਹਨੂੰ ਹੀ ਬੋਲੀਦਾ ਆ ਸਾਈਕਲਿਕ ਕੁਆਡਰੀਲੇਟਰਲ। ਫੋਰ ਐਗਜ਼ਾਮਪਲ ਏ ਬੀ ਸੀ ਡੀ 4 ਸਾਈਡਸ ਨੇ, ਇਹਦੀਆਂ 4 ਹੀ ਵਰਟਿਸਿਸ ਨੇ, ਐਂਡ ਇਹਦੇ 4 ਐਂਡ ਪੁਆਇੰਟਸ ਜਿਹੜੇ ਨੇ ਉਹ ਸਰਕਲ ਦੇ ਸਰਕਮਫਰੈਂਸ ਦੇ ਨਾਲ ਟੱਚ ਹੋ ਰਹੇ ਆ। ਦੈਟ ਮੀਨਸ ਇਹ ਵਾਲੀ ਡਾਇਗਰਾਮ ਨੂੰ ਅਸੀਂ ਕੀ ਬੋਲਾਂਗੇ ਸਾਈਕਲਿਕ ਕੁਆਡਰੀਲੇਟਰਲ। ਹੁਣ ਇਹ ਡਾਇਗਰਾਮ ਕੁਛ ਐਵੇਂ ਦੀ ਵੀ ਹੋ ਸਕਦੀ ਹੈ, ਫੋਰ ਐਗਜ਼ਾਮਪਲ 1 2 3 1 2 3 4 ਕਿਸੇ ਵੀ ਸ਼ੇਪ ਦੇ ਵਿੱਚ ਜਿਹੜਾ ਸਾਡੇ ਕੋਲ ਡਾਇਗਰਾਮ ਆ ਸਕਦੀ ਹੈ। ਬਸ ਪਛਾਣ ਕੀ ਇਹਦੀ ਕਿ ਕੁਆਡਰੀਲੇਟਰਲ ਹੋਣਾ ਚਾਹੀਦਾ ਹੈ, 4 ਸਾਈਡਸ ਹੋਣੀਆਂ ਚਾਹੀਦੀਆਂ, ਐਂਡ 4 ਦੀਆਂ 4 ਸਾਈਡਸ ਜਿਹੜੀਆਂ ਨੇ ਉਹ ਸਰਕਮਫਰੈਂਸ ਨਾਲ ਟੱਚ ਹੋਣੀਆਂ ਹੋਣੀਆਂ ਚਾਹੀਦੀਆਂ। ਸੋ ਇਹਦੇ ਰਿਜ਼ਲਟ ਕੀ ਯੂਜ਼ ਕਰਦੇ ਹਾਂ ਆਪਾਂ, ਆਪੋਜ਼ਿਟ ਐਂਗਲਸ ਕੁਆਡਰੀਲੇਟਰਲ ਐਂਟਰੀ।
दैट मीनस इक्वल्स टू 180 डिग्री। ਹੁਣ ਆਪੋजिट एंगल की है, इधरों ए है एंड इधरों सी है, दैट मीनस एंगल ए इक्वल आ जाएगा एंगल सी दे, बट इनू लिखण का वे आपां की यूज़ करना है, एंगल ए की गल करांगे सो ऑबवियसली ए नू सेंटर विच रखांगे। एंगल डी ए बी बन रहा है ना, डी तो ए तो बी, सो एंगल डी ए बी इज़ इक्वल्स टू सी की गल कर रहे हैं सो सी नू सेंटर च रखांगे, एंगल डी सी बी की होणगे इक्वल। चैक कर लो, डी डी दे इक्वल है, ए सी दे इक्वल है अकॉर्डिंग टू प्रॉपर्टी ऑफ साइक्लिक क्वाड्रिलेटरल दैट ऑपोजिट एंगल्स आर सप्लीमेंट्री, सॉरी अपोजिट एंगल्स आर सप्लीमेंट्री, दैट मीनस इन्हां दोनों नू प्लस करके इक्वल आएगा 180 डिग्री दे। आ रिजल्ट बनेगा साढ़े को दैट एंगल ए एंड एंगल सी दोनों अपोजिट एंगल्स नू ऐड करके कितना आएगा 180। सिमिलरली एंगल बी एंड एंगल डी भी इक्वल होंगे, सो इनू किद्दां लिखांगे ए बी सी, सेंटर च बी रख लिया क्योंकि बी की गल हो रही है, प्लस एंगल ए डी सी इज़ इक्वल्स टू 180 डिग्री। ये प्रॉपर्टी लगेगी साड़ी साइक्लिक क्वाड्रिलेटरल दी। बाकी इस तो इलावा एक एडिशनल रिजल्ट लगता है जो आप बोलते हैं एंगल सम प्रॉपर्टी ऑफ अ ट्रायंगल। रिजल्ट है सानू सारे नहीं पता एंगल सम प्रॉपर्टी की होंगी है कि अगर ट्रायंगल है वो तीन साइड्स ने ए बी सी, दैन तिने एंगल्स नू एड अप करके इक्वल्स टू कि आता है 180 डिग्री दे जोमैट्री है, सो ये वाला रिजल्ट जोड़ा है यूज़ होएगा ही होएगा। 17 ए जी है सिर्फ इस अकॉर्डिंग इस सम्स के अकॉर्डिंग जी है सॉल्व हो जानी है इन्होंने फार्मूलेज के अकॉर्डिंग। 17 बी दे विच एक एडिशनल रिजल्ट है जोड़ा होर आ जाता है, अदरवाइज 17 ए वाले सम्स जोड़े आ ਜਿਹੜੇ रिजल्ट्स आ वही सारे यूज़ होंगे ये विच। 17 बी दे विच एक रिजल्ट की आता है एडिशनल रिजल्ट दैट इक्वल कॉर्ड्स एंगल्स at the center of a circle। हुण कॉर्ड्स तो असीं स्टडी कीतियां ही हैं, हुण कॉर्ड्स की कहंदियां हैं ये सबटेंड करदियां हैं इक्वल एंगल्स एट द सेंटर ऑफ अ सर्कल। फॉर एग्जाम्पल अगर मैं एक सर्कल ले ला, मान लो एक कॉर्ड में आ बनाती, सेंट्रल पॉइंट ऑब्वियसली होएगा ही होएगा, एक कॉर्ड आ बनाती और एक कॉर्ड आ बनाती, 3 कॉर्ड्स बन गया। सेंट्रल एंगल दे नाल एंगल बनानगियां सेंट्रल पॉइंट दे नाल वो तिन्ने आपस विच की होणगे इक्वल। दैट मीनस अगर मान लो मैनू ए बी सी डी नेम दे दा, सो ए ओ बी, ए ते बी रल के जो एंगल बना रहे आ ओ ते बी एंड सी एंगल जो बना रहे आ मिल के ओ ते एंड सी ओ डी जोड़ा एंगल बना रहे आ वो तिन्ने एंगल्स आपस विच की होणगे इक्वल। तो आ भी एक्स होएगा, आ भी की होएगा एक्स। सो ये रिजल्ट की है इक्वल कॉर्ड्स इक्वल एंगल बनाते आ सेंटर ऑफ सर्कल के। ये एक्सरसाइज असी ये जो रिजल्ट आ 17 बी एक्सरसाइज दे विच यूज़ करांगे। बाकी सारे जो ने 17 ए दे सी, बट ए वाले रिजल्ट अगे बी दे विच भी जोड़े यूज़ होने हैं। एंड 17 सी जो है वो मिसलेनियस एक्सरसाइज है, वो मिक्स क्वेश्चन आएंगे। सिर्फ अगर ए बेसिक रिजल्ट्स तुसी लर्न कर लो, इनू चंगी तरह समझ लो, अंडरस्टैंड कर लो, तो ये सम्स जोड़े सॉल्व करने हैं बहुत ईजी है। इस दे नाल की आ नैक्सट 18 चैप्टर आ जिहदा नेम है टेंजेंट्स एंड इंटरसेक्टिंग कॉर्ड्स। इंटरसेक्टिंग कॉर्ड्स उहदे विच भी है तो कॉन्सैप्ट सर्कल का ही, बट वो कुछ अपने रिजल्ट्स आ बिकॉज वो आप कॉर्ड्स नू स्टडी कर रहे हैं और टेंजेंट्स नू स्टडी कर रहे हैं। सब तो पहला की समझना है कि टेंजेंट्स होंदे की आ, साडा सर्कल आ, ऑबवियसली साडा सेंट्रल पॉइंट भी आ। टेंजेंट क्या होंदा है जिहड़ा साडे सर्कल नू टच करके उन्होंने असीं बोलीदा है कट ना करे, कट नहीं कर रहा होंदा, सिर्फ टच करके
ਪਾਸ ਹੋ ਜਾਂਦਾ ਹੈ ਉਹਨੂੰ ਅਸੀਂ ਕੀ ਬੋਲਦੇ ਹਾਂ, ਟੈਂਜੈਂਟ। ਕੌਰਡਸ ਅਸੀਂ ਹੁਣੇ ਸਟੱਡੀ ਕੀਤੇ ਜਿਹੜੇ ਸਾਡੇ ਸਰਕਲ ਨੂੰ 2 ਪਾਰਟਸ ਵਿੱਚ ਡਿਵਾਈਡ ਕਰਦੇ ਆ, ਬਟ ਇਕੁਅਲ ਪਾਰਟਸ 'ਚ ਡਿਵਾਈਡ ਨਹੀਂ ਕਰਦੇ। 2 ਪਾਰਟਸ 'ਚ ਡਿਵਾਈਡ ਕਰਦੇ ਆ ਜਿਹਦੇ ਵਿੱਚ ਇੱਕ ਮਾਈਨਰ ਆਰਕ ਹੁੰਦਾ ਹੈ ਐਂਡ ਇੱਕ ਜਿਹੜਾ ਆ ਉਹ ਮੇਜਰ ਆਰਕ ਹੁੰਦਾ ਹੈ। ਸੋ ਸਭ ਤੋਂ ਫਸਟ ਰਿਜ਼ਲਟ ਜੋ ਹੈ 18 ਚੈਪਟਰ ਦਾ ਰਿਲੇਟਡ ਹੀ ਹੈ। ਉਹ ਰਿਜ਼ਲਟ ਕੀ ਕਹਿੰਦਾ ਹੈ, ਪੇਪਰ ਦੇ ਵਿੱਚ ਤੁਸੀਂ ਐਵੇਂ ਇੰਗਲਿਸ਼ 'ਚ ਸਟੇਟਮੈਂਟ ਲਿਖ ਕੇ ਦੈਨ ਉਹਨੂੰ ਮੈਥਮੈਟੀਕਲੀ ਰਿਪਰੈਜ਼ੈਂਟ ਕਰੋਗੇ, ਉਸ ਤੋਂ ਬਾਅਦ ਜਿਹੜੇ ਆ ਤੁਹਾਨੂੰ ਨੰਬਰ ਪੂਰੇ ਮਿਲਣਗੇ। ਅਗਰ ਤੁਸੀਂ ਡਾਇਰੈਕਟ ਅਪਲਾਈ ਕਰ ਦਿੰਦੇ ਹੋ ਵਿਦਆਊਟ ਰਿਜ਼ਲਟਸ ਲਿਖਿਆ ਤਾਂ ਉਹਦੇ ਮਾਰਕਸ ਜਿਹੜੇ ਆ ਡਿਡਕਟ ਹੁੰਦੇ ਆ। ਓਕੇ, ਸੋ ਰਿਜ਼ਲਟ ਕੀ ਆ, ਦ ਟੈਂਜੈਂਟ ਐਟ ਐਨੀ ਪੁਆਇੰਟ ਕਿ ਕਿਸੇ ਵੀ ਪੁਆਇੰਟ 'ਤੇ ਜੋ ਟੈਂਜੈਂਟ ਬਣ ਰਿਹਾ ਹੈ ਐਂਡ the radius through this point, that means ਉਸੇ ਪੁਆਇੰਟ ਤੋਂ ਜੋ ਰੇਡੀਅਸ ਬਣ ਰਿਹਾ ਹੈ ਉਹ ਦੋਨੋਂ ਕੀ ਹੁੰਦੇ ਆ, perpendicular to each other। ਕੀ ਬੋਲ ਰਿਹਾ ਉਹ, the tangent at any point of a circle ਆ, the center point ਆ, ਟੈਂਜੈਂਟ ਇਹਦੇ ਕਿਸੇ ਵੀ ਪੁਆਇੰਟ 'ਚੋਂ ਪਾਸ ਹੋ ਰਿਹਾ ਹੈ। ਫੋਰ ਐਗਜ਼ਾਮਪਲ ਮੰਨ ਲਓ ਇੱਥੋਂ ਹੀ ਪਾਸ ਹੋ ਰਿਹਾ ਹੈ, ਥਰੂ ਦਿਸ ਪੁਆਇੰਟ, ਇਸੇ ਪੁਆਇੰਟ ਤੋਂ ਜਿੱਥੋਂ ਟੱਚ ਕਰਕੇ ਪਾਸ ਹੋਇਆ ਇੱਥੋਂ ਹੀ ਰੇਡੀਅਸ ਬਣ ਰਿਹਾ ਹੈ। ਰੇਡੀਅਸ ਕੀ ਹੁੰਦਾ ਹੈ, ਸੈਂਟਰ ਤੋਂ ਸਰਕਮਫਰੈਂਸ ਦਾ ਡਿਫਰੈਂਸ। ਆਰ ਪਰਪੈਂਡੀਕੂਲਰ ਟੂ ਈਚ ਅਦਰ, ਪਰਪੈਂਡੀਕੂਲਰ ਮੀਨਸ 90 ਡਿਗਰੀ, ਪਰਪੈਂਡੀਕੂਲਰ ਦਾ ਸਾਈਨ ਵੀ ਆਹੀ ਹੁੰਦਾ ਹੈ ਨਾ। ਸੋ ਦੈਟ ਮੀਨਸ ਇੱਥੇ ਸਟ੍ਰੇਟ ਲਾਈਨ 'ਤੇ ਸਾਨੂੰ ਕਿਹੜਾ ਐਂਗਲ ਮਿਲੇਗਾ, 90 ਡਿਗਰੀ ਦਾ। ਇਹ ਰਿਜ਼ਲਟ ਇਸ ਲਈ ਯੂਜ਼ ਹੋਇਆ ਹੈ ਬਿਕੋਜ਼ ਇਹਦੇ ਵਿੱਚ ਅਸੀਂ ਯੂਜ਼ ਕਰਨੀ ਆ ਪਾਇਥਾਗੋਰਸ ਥਿਓਰਮ। ਐਂਡ ਪਾਇਥਾਗੋਰਸ ਥਿਓਰਮ ਕਿੱਥੇ ਅਪਲਾਈ ਹੁੰਦੀ ਹੈ, ਜਿੱਥੇ ਸਾਨੂੰ ਰਾਈਟ ਐਂਗਲ ਟਰਾਇੰਗਲ ਗਿਵਨ ਹੋਏ, ਹੈ ਨਾ। ਸੋ ਅਗਰ ਰਾਈਟ ਐਂਗਲ ਟਰਾਇੰਗਲ ਗਿਵਨ ਆ ਦੈਟ ਮੀਨਸ 90 ਡਿਗਰੀ ਦਾ ਐਂਗਲ ਗਿਵਨ ਆ, 90 ਡਿਗਰੀ ਦਾ ਐਂਗਲ ਗਿਵਨ ਆ ਦੈਟ ਮੀਨਸ ਪਾਇਥਾਗੋਰਸ ਅਪਲਾਈ ਹੋਏਗੀ। ਦੈਟਸ ਵਾਈ ਡਾਇਗਰਾਮਸ ਦੇ ਵਿੱਚ ਆਪਾਂ ਆਪਣਾ 90 ਡਿਗਰੀ ਕਿੱਦਾਂ ਆਈਡੈਂਟੀਫਾਈ ਕਰਾਂਗੇ, ਆਪਾਂ ਲੱਭਾਂਗੇ ਕਿ ਮੇਰੀ ਟੈਂਜੈਂਟ ਕਿੱਥੇ ਆ, ਉਸੇ ਪੁਆਇੰਟ ਤੋਂ ਮੇਰਾ ਰੇਡੀਅਸ ਕਿੱਥੇ ਆ, ਉੱਥੇ ਸਾਡਾ ਕੀ ਹੈ 90 ਡਿਗਰੀ ਦਾ ਐਂਗਲ ਮਿਲੇਗਾ, ਜਿੱਥੋਂ ਆਪਾਂ ਆਪਣੀ ਹਾਈਪੋਟੇਨਿਊਸ, ਪਰਪੈਂਡੀਕੂਲਰ ਐਂਡ ਬੇਸ ਨੂੰ ਆਈਡੈਂਟੀਫਾਈ ਕਰਾਂਗੇ। ਸੋ ਇਹ ਸਭ ਤੋਂ ਫਸਟ ਰਿਜ਼ਲਟ ਸੀ 18 ਐਕਸਰਸਾਈਜ਼ ਦਾ। ਸੈਕਿੰਡ ਜੋ ਰਿਜ਼ਲਟ ਹੈ ਉਹ ਕੀ ਕਹਿੰਦਾ ਹੈ, that if two tangents are drawn, if two tangents are drawn to a circle from any exterior point, these tangents are equal, then ਇਹ tangents ਕੀ ਹੋਣਗੇ, ਆਪਸ ਵਿੱਚ ਇਕੁਅਲ ਹੋਣਗੇ। ਫॉर ਐਗਜ਼ਾਮਪਲ ਇੱਕ ਸਰਕਲ ਆ ਐਂਡ ਇੱਕ ਐਕਸਟਰਨਲ ਪੁਆਇੰਟ ਆ P, ਇਸ ਪੁਆਇੰਟ ਤੋਂ 2 ਟੈਂਜੈਂਟ ਬਣ ਰਹੇ ਆ, ਪੁਆਇੰਟ ਹੋ ਗਿਆ, B ਪੁਆਇੰਟ ਹੋ ਗਿਆ। ਤਾਂ ਐਕਸਟਰਨਲ ਪੁਆਇੰਟ ਤੋਂ ਜਿਹੜੇ 2 ਬਣਦੇ ਆ ਇਹ ਦੋਵੇਂ ਲੈਂਥ ਦੇ ਵਿੱਚ ਇੱਕ ਦੂਸਰੇ ਦੇ ਬਿਲਕੁਲ ਇਕੁਅਲ ਹੁੰਦੇ ਆ। ਸੋ ਇਹ ਸਾਡਾ ਫਸਟ ਰਿਜ਼ਲਟ ਆ। ਇਸੇ ਦੇ ਨਾਲ ਸੈਕਿੰਡ ਰਿਜ਼ਲਟ ਇਸੇ ਤੋਂ ਹੀ ਬਣਦਾ ਆ, ਉਹ ਕੀ ਆ, ਦੈਟ ਟੈਂਜੈਂਟ ਸਬਟੈਂਡਸ, ਦੈਟ ਮੀਨ ਟੈਂਜੈਂਟਸ ਜਿਹੜਾ ਐਂਗਲ ਬਣਾਉਂਦੇ ਨੇ ਵਿਦ ਦ ਸੈਂਟਰ ਆਫ ਸਰਕਲ ਦੇ ਨਾਲ ਇਕੁਅਲ। ਦੈਟ ਮੀਨਸ ਮੰਨ ਲਓ ਜੋ ਹੈ ਐਂਗਲ ਬਣ ਰਹੇ ਆ ਵਿਦ ਦ ਸੈਂਟਰ ਆਫ ਸਰਕਲ ਦੇ ਨਾਲ ਉਹ ਵੀ ਆਪਸ ਵਿੱਚ ਕੀ ਹੋਣਗੇ, ਇਕੁਅਲ। ਇਹ 2 ਰਿਜ਼ਲਟਸ ਨੇ। ਉਸ ਤੋਂ ਬਾਅਦ ਸਾਡੇ 18A ਦੇ ਵਿੱਚ ਬਸ ਇਹ ਰਿਜ਼ਲਟ ਯੂਜ਼ ਹੋਣੇ ਨੇ। ਆ ਜਾਏਗਾ 18B ਐਕਸਰਸਾਈਜ਼, ਜਿਹਦੇ ਵਿੱਚ ਆਪਾਂ ਸਟੱਡੀ ਕਰਾਂਗੇ ਇੰਟਰਸੈਕਟਿੰਗ ਕਾਰਡਸ ਨੂੰ। ਚੈਪਟਰ ਦਾ ਨਾਮ ਹੀ ਕੀ ਸੀ, ਟੈਂਜੈਂਟ ਐਂਡ ਇੰਟਰਸੈਕਟਿੰਗ ਕਾਰਡ। ਸੋ ਫਸਟ ਐਕਸਰਸਾਈਜ਼ ਦੇ ਵਿੱਚ ਅਸੀਂ ਟੈਂਜੈਂਟ ਸਟੱਡੀ ਕਰਦੇ ਹਾਂ ਐਂਡ ਸੈਕਿੰਡ ਐਕਸਰਸਾਈਜ਼ ਦੇ ਵਿੱਚ ਅਸੀਂ ਇੰਟਰਸੈਕਟਿੰਗ ਕਾਰਡਸ ਨੂੰ ਸਟੱਡੀ ਕਰਦੇ ਹਾਂ।
ਹੁਣ ਇੰਟਰਸੈਕਟਿੰਗ ਕੌਰਡ ਦੇ 2-3 ਰਿਜ਼ਲਟਸ ਆਉਣਗੇ। ਸਭ ਤੋਂ ਪਹਿਲਾਂ ਇਹ ਆਏਗਾ ਕਿ ਇਹ ਦੋਨੋਂ ਕੌਰਡਸ ਸਰਕਲ ਦੇ ਅੰਦਰ ਹੀ ਇੰਟਰਸੈਕਟ ਹੋ ਰਹੀਆਂ। ਫॉर एग्जांपल मान लो आह वाली कॉर्ड ए बी है, आह वाली कॉर्ड सी डी है एंड जिहड़े पॉइंट ते इंटरसैक्ट हो रही हैं पॉइंट पी है। सो इहदा रिजल्ट की कहता है कि इफ़ टू कॉर्ड्स इंटरसैक्ट करनगियां इंटरनली और एक्सटर्नली, इन्हां दा प्रोडक्ट की होएगा, प्रोडक्ट ऑफ देयर लेंथ प्रॉपर लिखांगे आपां इनू, इफ़ टू कॉर्ड्स intersect internally or externally, then product of their length are equal, that means PA into PB, product बोले है ना, so multiply आएगी and equal है, that means PC into PD। ख्याल ना चेक करना है इनू, जिथे इंटरसैक्ट हो रही है PA इंटू PB, पहला इको कॉर्ड वाली लाइन आप कंप्लीट करना है, मिक्स नहीं करना दोनों लाइनस नू, एंड सिमिलरली PC इंटू PD। हुण ये तो केस ही जो इंटरनली इंटरसैक्ट हो रही हैं, ये जो ये दोनों कॉर्ड्स जिहड़ियां ने, मान लो 2 कॉर्ड्स आ, ये किते बाहर पॉइंट ते इंटरसैक्ट हो रही हैं, अगेन एज्यूम कर लेने आ ए बी है एंड ए सी डी है। फॉर्मूला सेम आएगा, पी ए इंटू पी बी इज इक्वल टू पी सी इंटू पी डी। की आएगा इत्थे हाफ लेंथ ही, पी ए अपनी लेंथ ही, पी बी दी अपनी लेंथ ही, बट एक्सटर्नल के केस विच की आ, पी ए दी लेंथ जिहड़ी आ वो पी बी नू भी कवर कर रही है। सो दैट मीनस असीं इदां नहीं करना कि तुसीं कन्फ्यूज़ हो गए या किवें भी लिख दो पी ए इंटू बी ए, असीं पी तो स्टार्ट करना है, पी ए इंटू पी बी एंड पी सी इंटू पी डी। एक्सटर्नल दा केस आंदा आ कि जदों इंटरसैक्ट हुंदे आ एक कॉर्ड एंड एक टेंजेंट, एक कॉर्ड एंड एक टेंजेंट का केस आ जाए उदों ही किवें करना है। फॉर एग्जांपल मान लो सर्कल है, आ एक कॉर्ड है जो किसी बाहर वाले पॉइंट ते जाके मीट होंदी है, तो इधर एक टेंजेंट है एंड एक टेंजेंट किसी एक्सटर्नल पॉइंट ते जदों मीट कर दियां, टेंजेंट नूं मैं टी नेम दे रही हाँ, उदों रिजल्ट की बनता है, इधर रिजल्ट सेम रहेगा पी ए इंटू पी बी, बट हुण उधर सिंगल ही चीज़ चल रही है, सो इनू की लिखांगे पी टी दा स्क्वायर। इधर डबल आ तो उधर भी डबल ही चलेगा, सो आप एज पी टी मल्टीप्लाई पी टी लिखण की जगह आप की लिख देंगे पी टी दा स्क्वायर। उस तो बाद एक लास्ट रिजल्ट है एंड इंपॉर्टेंट भी है, यूज़ होंदा है काफ़ी जगह पे। ये रिजल्ट की है, इफ़ एंगल बिटवीन अ टेंजेंट and a chord contact to its alternative segment। लिखन दे विच थोड़ा जा कन्फ्यूजिंग है बट बहुत ही ईजी कॉन्सैप्ट है। उन्होंने क्या है, एंगल बिटवीन टेंजेंट एंड अ कॉर्ड, दैट मीनस एक टेंजेंट है एक कॉर्ड है, इन्हों दे इन बिटवीन जो एंगल बनता है कि इक्वल है, इज़ इक्वल टू इट्स ऑल्टरनेटिव सेगमेंट। फॉर एग्जाम्पल एक सर्कल आ, एक टेंजेंट आ, कॉर्ड आ, फॉर एग्जाम्पल आ मैं एक कॉर्ड बनाती एंड कॉर्ड, एक डायग्राम बना लेने इनू,
ਕੀ ਹੈ, ਟੈਂਜੈਂਟ ਤੇ ਕੌਰਡ ਦੇ ਵਿੱਚ ਆ ਐਂਗਲ ਬਣ ਰਿਹਾ ਹੈ, ਇਹ ਐਂਗਲ ਇਹਦੇ ਆਲਟਰਨੇਟ ਸੈਗਮੈਂਟ ਦੇ ਇਕੁਅਲ ਹੋਏਗਾ। ਦੈਟ ਮੀਨਸ ਇਹਦੇ ਆਪੋਜ਼ਿਟ ਐਂਗਲ ਦੇ ਇਕੁਅਲ ਹੋਏਗਾ, ਤੇ ਇਹਦਾ ਆਪੋਜ਼ਿਟ ਐਂਗਲ ਕਿਹੜਾ ਆ ਰਿਹਾ ਹੈ, ਆਹ ਵਾਲਾ। ਸੋ ਦੈਟ ਮੀਨਸ ਇਹ ਦੋਨੋਂ ਐਂਗਲ ਆਪਸ ਵਿੱਚ ਕੀ ਹੋਣਗੇ, ਇਕੁਅਲ। ਸਿਮਿਲਰਲੀ ਇੱਧਰ ਵੀ ਟੈਂਜੈਂਟ ਹੈ ਤੇ ਇੱਧਰ ਵੀ ਕੌਰਡ ਹੈ, ਆ ਵੀ ਕੌਰਡ ਹੀ ਹੈ, ਤੇ ਟੈਂਜੈਂਟ ਦੇ ਐਂਗਲ ਦੇ ਵਿੱਚ ਕੌਰਡ ਦੇ ਵਿੱਚ ਜੋ ਐਂਗਲ ਬਣੇਗਾ ਉਹ ਇਹਦੀ ਆਲਟਰਨੇਟ ਸੈਗਮੈਂਟ ਦੇ ਇਕੁਅਲ ਹੋਏਗਾ। ਇਹ ਰਿਜ਼ਲਟ ਬਸ ਤੁਸੀਂ ਖਿਆਲ ਨਾਲ ਪ੍ਰੀਪੇਅਰ ਕਰਨਾ ਹੈ, ਬਿਕਾਜ਼ ਇਹ ਤੁਹਾਨੂੰ ਖੁਦ ਆਈਡੈਂਟੀਫਾਈ ਕਰਨਾ ਪੈਂਦਾ ਹੈ ਕਿ ਕਿੱਥੇ ਕੌਰਡ ਐਂਡ ਟੈਂਜੈਂਟ ਦੇ ਵਿੱਚ ਐਂਗਲ ਬਣ ਰਿਹਾ ਤੇ ਅਸੀਂ ਇਹ ਪ੍ਰੋਪਰਟੀ ਅਪਲਾਈ ਕਰੀਏ। ਬਾਕੀ ਦਿਸ ਇਜ਼ ਆਲ ਅਬਾਊਟ ਸਰਕਲ ਚੈਪਟਰ। ਸਿਰਫ ਇੰਨੇ ਕੁ ਕੌਨਸੈਪਟ ਅਗਰ ਆਪਾਂ ਲਰਨ ਕਰ ਲਈਏ, ਆਪਣੇ ਦਿਮਾਗ 'ਚ ਰੱਖ ਲਈਏ, ਅੰਡਰਸਟੈਂਡ ਕਰ ਲਈਏ, ਤੇ ਜਿਓਮੈਟਰੀ ਕੋਈ ਡਿਫਿਕਲਟ ਨਹੀਂ ਆ, ਆਪਾਂ ਈਜ਼ੀਲੀ ਜਿਹੜਾ ਆ ਇਹਨਾਂ ਦੇ ਸਮਸ ਨੂੰ ਸੋਲਵ ਕਰ ਸਕਦੇ ਹਾਂ। ਓਕੇ, ਸੋ ਬਾਕੀ ਨੈਕਸਟ ਵੀਡੀਓ ਦੇ ਵਿੱਚ ਆਪਾਂ ਇਹਨਾਂ ਦੇ ਜਿਹੜੇ ਸਮਸ ਨੇ ਉਹ ਡਿਸਕਸ ਕਰਾਂਗੇ। ਥੈਂਕ ਯੂ।